ਹੈਲੋ एवरीवन ਵੈਲਕਮ ਟੂ ਮਾਈ YouTube ਚੈਨਲ। ਜਿਵੇਂ ਕਿ 2018 ਦਾ ਆਪਾਂ ਪ੍ਰੀਵੀਅਸ ਪੇਪਰ ਸਟਾਰਟ ਕੀਤਾ ਹੋਇਆ ਵਾ ਤੇ ਹੁਣ ਆਪਾਂ ਕੱਲ ਉਹਦੀ CDP ਕੰਪਲੀਟ ਕੀਤੀ ਹੈ ਤੇ ਹੁਣ ਅੱਜ ਆਪਾਂ ਕਰਨ ਜਾ ਰਹੇ ਹਾਂ ਦੀ ਪੰਜਾਬੀ ਤੇ ਇੰਗਲਿਸ਼। ਠੀਕ ਹੈ ਜੀ, ਚਲੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਪੰਜਾਬੀ ਦਾ ਇੱਕ ਪੈਰਾ ਦਿੱਤਾ ਹੋਇਆ ਵਾ ਜਿਹਦੇ ਵਿੱਚ ਉਹ ਪੁਰਾਣਾ ਅਦਬ ਤੇ ਹਿਰਸ ਨਾ, ਉਹ ਪ੍ਰੀਤ ਦੀਆਂ ਪਿੰਡੀਆਂ ਪਿੰਡੀਆਂ ਗੰਢਾਂ, ਉਹ ਕੁੜੀਆਂ ਤੇ ਤ੍ਰਿੰਜਣਾ ਦੇ ਗਾਵਨ ਕਿੱਥੇ, ਉਹ ਸ਼ਰੀਕ ਦੀ ਆਪ ਵਾਲੀ ਸਾਰੀ ਗੱਲ ਕਿੱਥੇ, ਉਹ ਖਾਤਰਾ ਤੇ ਸੇਵਾਵਾਂ ਕੁਰਬਾਨੀਆਂ ਤੇ ਜਰਨੇ ਜਿਗਰੇ ਤੇ ਹੌਸਲੇ, ਉਹ ਰੋਟੀਆਂ ਤੇ ਮਹਿਫਿਲ, ਉਹ ਡੂੰਗੀ ਡੂੰਗੀ ਸ਼ਰਮਾ ਸ਼ਰਾਫਤ, ਉਹ ਕਿੱਥੇ। ਇੱਕ ਪੜ੍ਹੇ ਨੌਜਵਾਨ ਨੂੰ ਮੈਂ ਪੁੱਛਿਆ ਸਾਡੇ ਅਨਪੜ੍ਹਾਂ ਦਾ ਗੁਰਾਨ, ਪੁਰਾਣਾ ਗਠੀਲਾ ਅਣਟੁੱਟ ਜਿਹਾ ਭਾਈਚਾਰਾ ਕਿੱਥੇ। ਅਣਟੁੱਟ ਕੀ ਹੁੰਦਾ ਜਿਹੜਾ ਨਾ ਟੁੱਟਣ ਵਾਲਾ। ਠੀਕ ਹੈ ਜੀ। प्यार कित्थे, वो हस बुलारा कित्थे। ठीक है, ये सारा एक पैरा दिता जिहदे नाल रिलेटेड आपां क्वेश्चनस नूं रीड करांगे और इहदे विच तुहानूं ओही चीज़ दस्सी जाएगी। हुण देखो लेखक ने इस किस नूं आवाज़ मारदा है, इस किस चीज़ नूं आवाज़ मारदा। हुण देखो उहने विच हर जगह ते वो पुराना अदब ते हिरास, वो प्रीत दी पिंडियां पिंडियां गंढां, कुड़ियां ते तरिंजणां दे गावन कित्थे, ये सारियां चीज़ां कदों हुंदियां सी, पहलां हुंदियां सी, पुराने टाइम ते हुंदियां सी। ते इहदे विच जिहड़ा लेखक है किस नूं आवाज़ मार रिहा वा, वो पुराने पंजाब नूं आवाज़ मारदा है। सज विआइयां दी किहड़ी चीज़ गवाच गई है। सज विआइयां किहड़ियां हुंदियां वे जिहड़ियां कि नवीआं नवीआं विआइयां हुंदियां। ठीक है, हुण ਉਹਦੇ ਵਿੱਚ ਇਹਨੇ ਕੀ ਕਿਹਾ ਵੇ ਜਿਹੜੀਆਂ ਸੱਜ ਵੀ ਆਈਆਂ ਵਾ ਉਹਨਾਂ ਦੀ ਕਿਹੜੀ ਚੀਜ਼ ਗਵਾ ਚੁੱਕੀ ਹੈ। ਹੁਣ ਦੇਖੋ ਪਿਆਰ ਕਿੱਥੇ ਗਵਾਚ ਗਿਆ, ਮਿਲਤ ਕਿੱਥੇ ਉਹ ਬਾਹਾਂ ਦਾ ਮਾਨ ਜ਼ੋਰ ਸਾਰਾ, ਨੂੰਹਾਂ ਧੀਆਂ ਦੀ ਆ ਦੇਖੋ ਨੂੰਹਾਂ ਆ ਗਈ ਨਾ, ਨੂੰਹਾਂ ਧੀਆਂ ਦੀ ਲਿਆਜ ਦੀ ਸੱਭਿਅਤਾ, ਜਵਾਈਆਂ ਦੀ ਪੁਰਾਣੀ ਮੋਤੀਆਂ ਵਰਗੀ ਆਬ ਕਿੱਥੇ, ਸੱਜ ਵਿਆਹੀਆਂ ਦਾ ਉਹ ਆਦਰ ਸ਼ਿੰਗਾਰ ਤੇ ਸੰਭਾਰ ਕਿੱਥੇ। ਹੁਣ ਦੇਖੋ ਇਹਦੇ ਚ ਕਿਸ ਚੀਜ਼ ਦੀ ਗੱਲ ਕੀਤੀ ਹੈ ਉਹਨਾਂ ਨੇ, ਸੱਜ ਵਿਆਹੀਆਂ ਦਾ ਉਹ ਆਦਰ ਸ਼ਿੰਗਾਰ ਤੇ ਸੰਭਾਰ ਕਿੱਥੇ। ਇਸ ਕਰਕੇ ਸੱਜ ਵਿਆਹੀਆਂ ਦੀ ਕਿਹੜੀ ਚੀਜ਼ ਗਵਾਚ ਗਈ ਹੈ ਇਹਦੇ ਚ, ਆਦਰ ਸ਼ਿੰਗਾਰ ਤੇ ਸੰਭਾਰ। ਅਣਟੁੱਟ ਤੋਂ ਕੀ ਭਾਵ ਹੈ, ਅਣਟੁੱਟ ਕੀ ਹੁੰਦਾ ਨਾ ਟੁੱਟਣ ਵਾਲਾ, ਜਿਹੜਾ ਕਿ ਕਦੀ ਨਾ ਟੁੱਟ ਸਕੇ ਉਹਨੂੰ ਬੋਲਦੇ ਆ ਅਣਟੁੱਟ। ਇਹ ਕਵਿਤਾ ਕਿਸ ਦੀ ਲਿਖੀ ਹੋਈ ਹੈ, ਇਹ ਕਵਿਤਾ ਕਿਸ ਦੀ ਲਿਖੀ ਹੋਈ ਹੈ, ਪ੍ਰੋਫੈਸਰ पूरन सिंह की कविता लिखी हुई है। पंजाबी के जोड़े पैरे होंगे बड़े ईजी होंगे, ईजली हो जाते हैं। एक पेपर मैं भी अटैम्प्ट किया सी, मेरे 30 to 38 सीगे। ठीक है जी, ये बड़ा ईजी है क्वेश्चन, मतलब पंजाबी बहुत ईजी लैवल की आती है। गंभीर का की अर्थ है, गंभीर का की अर्थ होंगे, गंभीर होंगे संजीदा, गंभीर जिवें जिहदी कंडीशन बहुत ज़्यादा क्रिटिकल जिवें कह देंगे, क्रिटिकल चीज़। गंभीर का की अर्थ होंगे संजीदा। किहड़े दो रुखां दा वर्णन किया गया है। हुण इहदे विच किहड़े दो रुखां दा वर्णन है, इधर देखो, ਉਹ सदियां दी बोड़ किस वड्डी, ਉਹ पुराना पिपल कित्थे उड गया, हवा आई झक्खड़ आया ਉਹ किस घेरिया। हुण देखो ਇਹਦੇ ਚ ਕਿਹਦੀ ਗੱਲ ਕੀਤੀ ਹੈ, ਇਹਦੇ ਚ ਇੱਕ ਬੋੜ ਦੀ ਗੱਲ ਕੀਤੀ ਹੈ ਤੇ ਪਿੱਪਲ ਦੀ ਗੱਲ ਕੀਤੀ ਹੈ। ਪੁਰਾਣੇ ਕਿਹੜੇ ਦਰਖਤਾਂ ਦੀ ਗੱਲ ਕੀਤੀ ਗਈ ਹੈ, ਇਹਦੇ ਚ ਬੋੜ ਅਤੇ ਪਿੱਪਲ ਦੀ, ਬੋੜ ਤੇ ਪਿੱਪਲ ਦੀ ਗੱਲ ਕੀਤੀ ਗਈ ਹੈ। ਜੁੱਤੀਆਂ ਕਿਸ ਤਰ੍ਹਾਂ ਦੀਆਂ ਹਨ। ਹੁਣ ਦੇਖੋ ਇਹਦੇ ਚ ਕਿਹੜੀਆਂ ਜੁੱਤੀਆਂ, ਸਾਨੂੰ ਕਿੱਥੇ ਬਾਗ ਤੇ ਫੁਲਕਾਰੀਆਂ, ਉਹ ਮਹਿੰਦੀ ਦਾ ਰੰਗ ਸੁਹਾਗ ਦਾ, ਉਹ ਕਿੱਥੇ ਪੈਰ ਰੰਗੇ, ਉਹ ਤਿੱਲੇਦਾਰ ਜੁੱਤੀਆਂ। ਕਿਹੜੀਆਂ ਜੁੱਤੀਆਂ ਦੀ ਗੱਲ ਕੀਤੀ ਗਈ ਹੈ, ਤਿੱਲੇਦਾਰ ਜੁੱਤੀਆਂ ਦੀ ਗੱਲ ਕੀਤੀ ਗਈ ਹੈ। ਠੀਕ ਹੈ ਜੀ, ਕੁਐਸਚਨਸ ਹੋ ਗਏ। ਨੈਕਸਟ ਹੁਣ ਅੱਗੇ ਇੱਕ ਹੋਰ ਪੈਰਾ ਦਿੱਤਾ ਵਾ, ਲੰਦਨ ਦਾ ਅੰਮ੍ਰਿਤ ਵੇਲਾ ਕੋਈ ਨਹੀਂ, ਪੂਰਬ ਤੇ ਪੱਛਮ ਤੇ ਆਚਰਣ। ਇਸ ਗੱਲ 'ਚ ਬੜਾ ਫਰਕ ਹੈ। ਪੂਰਬ ਵਾਲਾ ਸਵੇਰ ਦਾ ਸਮਾਂ ਬੜਾ ਉੱਤਮ ਤੇ ਦੇਵੀ ਸਮਝ ਕੇ ਆਪਣੇ ਆਪ ਨਿਸ਼ਚਿਆਂ ਦੇ ਅਨੁਸਾਰ ਪਰਮੇਸ਼ਵਰ ਦੀ ਪੂਜਾ ਕਰਦੇ ਆ, ਆਤਮ ਸ਼ਕਤੀ ਦ੍ਰਿੜਤਾ ਵਿੱਚ ਲਾਉਂਦਾ। ਪਰ ਪੱਛਮ ਵਿੱਚ ਇਹ ਗੱਲ ਬੜੀ ਅਲੋਪ ਹੋ ਚੁੱਕੀ ਹੈ। ਹਿੰਦੁਸਤਾਨ 'ਚ ਸ਼ਹਿਰਾਂ ਦੇ ਪਿੰਡਾਂ ਵਿੱਚ ਥਾਂ ਨਹੀਂ ਹੋਵੇਗਾ ਜਿੱਥੇ ਲੋਕ ਸਵੇਰੇ ਉੱਠ ਕੇ, ਥੋੜੇ ਬੰਦੇ ਨਹੀਂ ਹੋਣਗੇ, ਸਾਰੇ ਅੰਮ੍ਰਿਤ ਵੇਲੇ ਉੱਠਦੇ ਆ, ਇਸ਼ਨਾਨ ਕਰਦੇ ਆ, ਪਾਠ ਪੂਜਾ ਕਰਦੇ ਆ। ਹਿੰਦੀਆਂ ਦੀ ਰੋਜ਼ ਜ਼ਿੰਦਗੀ ਦਾ ਇੱਕ ਵਿਸ਼ੇਸ਼ ਚੀਜ਼ ਹੈ ਕਿ ਛੋਟੇ ਪਿੰਡ ਵਿੱਚ ਵੀ 2-4 ਬੰਦੇ ਅਜਿਹੇ ਹੋਣਗੇ ਜੋ ਸੂਰਜ ਚੜ੍ਹਨ ਤੋਂ ਪਹਿਲਾਂ ਆਪਣੀ ਨੀਂਦਰਾ ਤਿਆਗ ਦਿੰਦੇ ਨੇ ਤੇ ਉਪਾਸਨਾ ਕਰਦੇ ਨੇ, ਪੂਜਾ ਕਰਦੇ ਨੇ। ਪਰ ਲੰਦਨ ਵਿੱਚ ਇਹ ਵਾਲੀ ਗੱਲ ਖਤਮ ਹੋ ਚੁੱਕੀ ਹੈ। ਇੱਕ ਤਾਂ ਸਵੇਰੇ ਉੱਠਣਾ ਉਹਨਾਂ ਵਾਸਤੇ ਬੜਾ ਔਖਾ ਹੈ ਅਗਰ ਉਹ, ਕਿਉਂਕਿ ਉਹ ਰਾਤ ਨੂੰ ਛੇਤੀ ਨਹੀਂ ਸੌਂਦੇ। ਦੂਜਾ ਅੰਮ੍ਰਿਤ ਵੇਲੇ ਇਸ਼ਨਾਨ ਦਾ ਆਤਮਕ ਅਰਥ ਇਹਨਾਂ ਨੂੰ ਨਹੀਂ ਤਾਸਿਆ ਜੋ ਸਾਨੂੰ ਹੈ। ਨਾ ਉਹ ਉਸ ਸਮੇਂ ਨੂੰ ਨਾਮ ਜਪਣ ਦਾ, ਧਿਆਨ ਕਰਨ ਦਾ ਉਹਨਾਂ ਨੂੰ ਕੋਈ ਮਤਲਬ ਨਹੀਂ। ਜੇ ਲੋਕ ਉੱਠਦੇ ਵੀ ਹੈ ਤਾਂ ਸਿਰਫ ਆਪਣੇ ਧੰਦਿਆਂ ਤੇ ਕੰਮ ਕਰਨ ਦੇ ਲਈ ਉੱਠਦੇ ਆ। ਠੀਕ ਹੈ, ਹੁਣ ਦੇਖੋ ਇਹਦੇ ਨਾਲ ਰਿਲੇਟਡ ਕੁਐਸਚਨਸ ਕੀ ਸੀਗੇ। ਲੰਦਨ ਦਾ ਅੰਮ੍ਰਿਤ ਵੇਲਾ ਕਿਹੜਾ ਹੈ। ਪਹਿਲੀ ਲਾਈਨ 'ਚ ਦਿੱਤਾ ਸੀਗਾ ਕਿ ਲੰਦਨ ਦਾ ਅੰਮ੍ਰਿਤ ਵੇਲਾ ਕੋਈ ਨਹੀਂ ਹੈ। ਲੰਦਨ ਦਾ ਅੰਮ੍ਰਿਤ ਵੇਲਾ ਕੋਈ ਨਹੀਂ ਹੈ, ਮਤਲਬ ਕੋਈ ਨਹੀਂ, ਅੰਮ੍ਰਿਤ ਵੇਲਾ ਕੋਈ ਨਹੀਂ ਹੈ। 39 ਲੰਦਨ ਦੇ ਲੋਕ ਕਿਸ ਕਰਕੇ ਸਵੇਰੇ ਉੱਠਦੇ ਹਨ। ਹੁਣ ਇੱਥੇ ਆਪਾਂ ਇਹ ਵੀ ਚੀਜ਼ ਰੀਡ ਕੀਤੀ ਸੀ, ਲੰਦਨ ਦੇ ਲੋਕ ਕਿਸ ਕੰਮ ਲਈ ਸਵੇਰੇ ਉੱਠਦੇ ਆ। ਆ ਦੇਖੋ
ਜੋ ਲੋਕ ਉੱਠਦੇ ਵੀ ਹਨ ਤਾਂ ਕੇਵਲ ਆਪਣੇ ਧੰਦਿਆਂ ਕਰਕੇ ਜਾਂ ਅਰੋਗਤਾ ਦੇ ਨਿਯਮਾਂ ਦੀ ਪਾਲਣਾ ਲਈ, ਸਵੇਰੇ ਸਾਰ ਸਰੀਰ ਦੀ ਕਸਰਤ ਕਰਨ ਦੇ ਲਈ, ਮਤਲਬ ਆਪਣੇ ਕੰਮ ਤੇ ਜਾਣ ਦੇ ਲਈ ਉਹ ਉੱਠਦੇ ਆ। ਇਹਦੇ ਵਿੱਚ ਕੀ ਹੈ, ਲੰਦਨ ਦੇ ਲੋਕ ਕਿਸ ਕੰਮ ਲਈ ਉੱਠਦੇ ਆ? ਰੱਬ ਦਾ ਨਾਮ ਜਪਣ ਲਈ, ਪੂਜਾ ਕਰਨ ਲਈ, ਕੰਮ ਕਰਨ ਲਈ, ਇਹਨਾਂ 'ਚ ਕੋਈ ਨਹੀਂ। ਉਹ ਆਪਣੇ ਧੰਦਿਆਂ ਲਈ, ਧੰਦੇ ਕੀ ਹੁੰਦੇ? ਕੰਮ, ਆਪਣੇ ਕੰਮ ਕਰਨ ਲਈ ਉੱਠਦੇ ਆ। ਹਿੰਦੀਆਂ ਦੀ ਜ਼ਿੰਦਗੀ ਦਾ ਵਿਸ਼ੇਸ਼ ਚਿੰਨ੍ਹ ਕਿਹੜਾ ਹੈ? ਹੁਣ ਦੇਖੋ, ਹਿੰਦੀਆਂ ਦੀ ਜ਼ਿੰਦਗੀ ਇੱਥੇ ਆਇਆ ਸੀ, ਆ ਦੇਖੋ, ਹਿੰਦੀਆਂ ਦੀ ਰੋਜ਼ ਜ਼ਿੰਦਗੀ ਇੱਕ ਵਿਸ਼ੇਸ਼ ਚਿੰਨ੍ਹ ਹੈ। ਕੀ ਚਿੰਨ੍ਹ ਹੈ? ਕਿ ਉਹ ਭਾਵੇਂ 2-4 ਬੰਦੇ ਹੀ ਹੋਣ, ਸੂਰਜ ਚੜ੍ਹਨ ਤੋਂ ਪਹਿਲਾਂ ਕੀ ਕਰਦੇ ਆ? ਆਪਣੀਆਂ ਨੀਂਦਰਾਂ ਨੂੰ ਤਿਆਗ ਕੇ ਸੋਚ ਕੇ ਰੱਬ ਦੀ ਉਪਾਸਨਾ ਕਰਦੇ ਆ, ਮਤਲਬ ਆਪਣੀ ਨੀਂਦਰਾਂ ਨੂੰ ਤਿਆਗ ਕੇ ਉਪਾਸਨਾ ਕਰਦੇ ਆ। ਆ ਦੇਖੋ, ਹਿੰਦੀਆਂ ਦੀ ਜ਼ਿੰਦਗੀ ਦਾ ਵਿਸ਼ੇਸ਼ ਚਿੰਨ੍ਹ ਕੀ ਹੈ? ਨੀਂਦਰਾਂ ਤਿਆਗ ਕੇ ਰੱਬ ਦਾ ਨਾਮ ਜਪਦੇ ਆ। ਉਪਾਸਨਾ ਮਤਲਬ ਪੂਜਾ ਹੀ ਹੁੰਦੀ ਹੈ। ਲੰਦਨ ਵਿੱਚ ਸੂਰਜ ਚੜ੍ਹਨ ਤੋਂ ਬਾਅਦ ਕੁਝ ਸਮਾਂ ਕਿਹੋ ਜਿਹਾ ਮਾਹੌਲ ਲੱਗਦਾ ਹੈ? ਲੰਦਨ ਵਿੱਚ ਸੂਰਜ ਚੜ੍ਹਨ ਤੋਂ ਬਾਅਦ ਥੋੜੇ ਟਾਈਮ ਦੇ ਲਈ ਸ਼ਮਸ਼ਾਨ ਭੂਮੀ ਵਾਲੀ ਚੁੱਪ ਵਰਤ ਜਾਂਦੀ ਹੈ। ਇਹ ਵੀ ਇਹਦੇ ਵਿੱਚ ਐਕਸਪਲੇਨ ਪਿਆਰੇ ਵਿੱਚ ਹੀ ਹੈ। ਆ ਦੇਖੋ, ਸੂਰਜ ਚੜ੍ਹਨ ਤੋਂ 1-ਅੱਧਾ ਘੰਟਾ ਪਿੱਛੋਂ ਕੀ ਹੁੰਦਾ ਵਾ? ਅਜਬ ਤੇ ਸ਼ਮਸ਼ਾਨ ਵਾਲੀ ਭੂਮੀ ਦੀ ਚੁੱਪ ਵਰਤ ਰਹੀ ਹੁੰਦੀ ਹੈ। ਠੀਕ ਹੈ ਜੀ। ਅੱਗੇ, ਘਰ ਵਿੱਚ ਅਖਬਾਰ ਕੌਣ ਸੁੱਟ ਕੇ ਜਾਂਦਾ ਹੈ? ਘਰ ਵਿੱਚ ਅਖਬਾਰ ਸੁੱਟ ਕੇ ਜਾਂਦਾ ਨਿੱਕੇ ਨਿੱਕੇ ਮੁੰਡੇ। ਦੇਖੋ, ਆ ਦੇਖੋ ਇਹਦੇ 'ਚ ਲਿਖਿਆ ਹੈ, ਸਵੇਰ ਤੋਂ ਉੱਠਣ ਵਾਲਿਆਂ ਵਿੱਚੋਂ ਉਹ ਨਿੱਕੇ ਨਿੱਕੇ ਛੋਹਰ ਹਨ ਜੋ ਅਖਬਾਰਾਂ ਦੇ ਥੱਬੇ ਲੈ ਕੇ ਘਰ ਘਰ ਦਰਵਾਜ਼ੇ ਤੇ ਜਾਂਦੇ ਹਨ। ਨਿੱਕੇ ਨਿੱਕੇ ਛੋਹਰ, ਛੋਹਰ ਕੀ ਹੁੰਦੇ? ਮੁੰਡੇ ਹੀ ਹੁੰਦੇ ਆ। ਠੀਕ ਹੈ, ਨਿੱਕੇ ਨਿੱਕੇ ਛੋਹਰ ਮਤਲਬ ਨਿੱਕੇ ਨਿੱਕੇ ਮੁੰਡੇ। ਲੇਖਕ ਇਹਦੇ 'ਚ ਕੀ ਕਹਿਣਾ ਚਾਹੁੰਦਾ ਹੈ? ਲੇਖਕ ਇਸ ਵਿੱਚ ਅੰਮ੍ਰਿਤ ਵੇਲੇ ਉੱਠਣ ਦੀ ਗੱਲ ਕਰਦਾ ਹੈ। ਲੇਖਕ ਇਸ ਵਿੱਚ ਕਿਸ ਚੀਜ਼ ਦੀ ਗੱਲ ਕਰਦਾ ਹੈ? ਅੰਮ੍ਰਿਤ ਵੇਲੇ ਉੱਠਣ ਦੀ ਗੱਲ, ਕੰਮ ਨੂੰ ਪੂਜਾ ਸਮਝਣ ਦੀ ਕਰਦਾ ਹੈ। ਬੀ ਆਪਸ਼ਨ। ਅਸੀਂ ਸਫਲਤਾ ਹਾਸਲ ਕਰਨ ਲਈ ਕਿਸ ਤੇ ਵਿਸ਼ਵਾਸ ਰੱਖਦੇ ਹਾਂ? ਅਸੀਂ ਸਫਲਤਾ ਹਾਸਲ ਕਰਨ ਦੇ ਲਈ ਰੱਬ ਅੱਗੇ ਪ੍ਰਾਰਥਨਾ। ਇਹ ਆਪਾਂ ਪੈਰੇ ਦੇ ਅਕੋਰਡਿੰਗ ਚੱਲਣਾ ਹੈ, ਆਪਣੀ ਸੋਚ ਨਹੀਂ ਰੱਖਣੀ। ਇਸ ਪੈਰੇ ਦੇ ਵਿੱਚ ਰੱਬ ਅੱਗੇ ਪ੍ਰਾਰਥਨਾ ਬਾਰੇ ਹੀ ਗੱਲ ਕੀਤੀ ਗਈ ਹੈ। ਲੰਦਨ ਦੇ ਲੋਕ ਸਫਲਤਾ ਹਾਸਲ ਕਰਨ ਲਈ ਕਿਸ ਵਿੱਚ ਵਿਸ਼ਵਾਸ ਰੱਖਦੇ ਹਨ? ਲੰਦਨ ਦੇ ਜਿਹੜੇ ਲੋਕ ਆ ਸਫਲਤਾ ਹਾਸਲ ਕਰਨ ਦੇ ਲਈ ਬਲ ਤੇ ਸ਼ਕਤੀ ਤੇ ਵਿਸ਼ਵਾਸ ਰੱਖਦੇ ਹਨ। ਬਲ ਤੇ ਸ਼ਕਤੀ। ਬੱਚਿਆਂ ਦੇ ਵਿਕਾਸ ਦੇ ਨਿਰਮਾਣ ਦਾ ਕੰਮ। ਹੁਣ ਬੱਚਾ ਵਾ, ਕੋਈ ਬੱਚਾ ਵੱਡਾ ਹੋ ਰਿਹਾ, ਉਹਦੇ ਵਿਕਾਸ ਤੇ ਨਿਰਮਾਣ ਦਾ ਕੰਮ ਕਿਹਦੇ ਵਿੱਚ ਹੁੰਦਾ ਹੈ? ਸਕੂਲ ਦਾ, ਮਾਂ ਦਾ, ਪਿਓ ਦਾ। ਇਹਦੇ ਵਿੱਚ ਦੋਨਾਂ ਦਾ ਹੀ ਹੁੰਦਾ। ਪਰਿਵਾਰ ਤੇ ਅਧਿਆਪਕ ਦੋਨਾਂ ਦਾ ਹੀ ਹੱਥ ਹੁੰਦਾ ਹੈ। ਅਧਿਆਪਕ ਬਣਨ ਲਈ ਕੀ ਜ਼ਰੂਰੀ ਹੈ? ਲੋੜੀ ਦੀ ਵਿੱਦਿਆ, ਮਤਲਬ ਉਹਦੇ 'ਚ ਜਿੰਨੀ ਹੋਣੀ ਚਾਹੀਦੀ ਹੈ ਆਪਣੀ ਵਿੱਦਿਆ, ਮਤਲਬ ਜਿੰਨੀ ਸਟੱਡੀ ਹੋਣੀ ਚਾਹੀਦੀ ਓਨੀ ਹੋਣੀ ਚਾਹੀਦੀ ਹੈ। ਉਹਨੂੰ ਟ੍ਰੇਨਿੰਗ ਵੀ ਹੋਣੀ ਚਾਹੀਦੀ ਹੈ, ਉਹਨੂੰ ਮਨੋਵਿਗਿਆਨ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ। ਅਧਿਆਪਕ ਬਣਨ ਲਈ ਉਹਦੇ 'ਚ ਸਾਰੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਹਨ। ਸਿੱਖਿਆ ਦਾ ਮੁੱਖ ਉਦੇਸ਼ ਹੈ ਵਿਦਿਆਰਥੀਆਂ ਨੂੰ। ਸਿੱਖਿਆ ਦਾ ਮੁੱਖ ਉਦੇਸ਼ ਕੀ ਹੈ? ਵਿਦਿਆਰਥੀਆਂ ਨੂੰ ਵਿਵੇਕ ਸਿਖਾਉਣਾ। ਬੱਚੇ ਵਿੱਚ ਭਾਸ਼ਾ ਦਾ ਵਿਕਾਸ ਕਦੋਂ ਹੁੰਦਾ ਹੈ? ਬੱਚੇ ਵਿੱਚ ਭਾਸ਼ਾ ਦਾ ਕਾਫੀ ਹੱਦ ਤੱਕ, ਕੁਝ ਹੱਦ ਤੱਕ ਉਹਨਾਂ ਦੇ ਜਨਮ ਤੋਂ ਹੀ ਹੁੰਦਾ ਹੈ। ਇਹ ਕੁਐਸਚਨ ਬਹੁਤ ਵਾਰੀ ਆਇਆ। ਕੁਝ ਹੱਦ ਤੱਕ ਜਨਮ ਤੋਂ ਹੀ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਬੱਚਾ ਕਿਸ ਦੇ ਸੰਪਰਕ ਵਿੱਚ ਆਉਂਦਾ ਹੈ? ਸਭ ਤੋਂ ਪਹਿਲਾਂ ਬੱਚਾ ਆਪਣੇ ਪਰਿਵਾਰ 'ਚ, ਕਿਉਂਕਿ ਜਦੋਂ ਬੱਚਾ ਪੈਦਾ ਹੁੰਦਾ ਉਹ ਪਰਿਵਾਰ ਵਿੱਚ ਹੀ ਸਭ ਤੋਂ ਪਹਿਲਾਂ ਰਹਿੰਦਾ। ਉਸ ਤੋਂ ਬਾਅਦ ਉਹ ਸਮਾਜ ਤੇ ਸਕੂਲ 'ਚ ਜਾਂਦਾ ਹੈ। ਠੀਕ ਹੈ, ਸਭ ਤੋਂ ਪਹਿਲਾਂ ਬੱਚਾ ਕਿਸ ਦੇ ਸੰਪਰਕ 'ਚ ਆਉਂਦਾ ਹੈ? ਪਰਿਵਾਰ ਦੇ। ਵਿਅੰਜਨ ਦੇ ਦੋਹਰੇ ਉਚਾਰਨ ਦੇ ਲਈ, ਦੋਹਰਾ ਉਚਾਰਨ, ਉਹਦੇ ਵਿੱਚ ਕੀ ਵਰਤਿਆ ਜਾਂਦਾ ਹੈ? ਅੱਧਕ ਨੂੰ ਵਰਤਿਆ ਜਾਂਦਾ ਹੈ। ਹੁਣ ਇਹਦੇ 'ਚ ਜਿਹੜੀ ਬਿੰਦੀ ਹੈ ਤੇ ਟਿੱਪੀ ਹੈ, ਜਿਹੜੀ ਬਿੰਦੀ ਤੇ ਟਿੱਪੀ ਦੋਨਾਂ ਵਿੱਚੋਂ ਕਿੱਥੋਂ ਆਵਾਜ਼ ਆਉਂਦੀ? ਜਦੋਂ ਬਿੰਦੀ ਵਾਲਾ ਵਰਡ ਜੇ ਟਿੱਪੀ ਵਾਲਾ ਕੋਈ ਵਰਡ ਬੋਲਦਾ ਤਾਂ ਆਵਾਜ਼ ਨੱਕ ਵਿੱਚੋਂ ਆਉਂਦੀ ਹੈ। ਇਹ ਵੀ ਕੁਐਸਚਨ ਆਉਂਦਾ ਕਿ ਜਦੋਂ ਕੋਈ ਕਿਹੜੇ ਇਹੋ ਜਿਹੇ ਵਰਡ ਬੋਲਣ ਲੱਗਾ ਨੱਕ 'ਚੋਂ ਆਵਾਜ਼ ਆਉਂਦੀ? ਬਿੰਦੀ ਤੇ ਟਿੱਪੀ। ਦੋਹਰੇ ਉਚਾਰਨ ਲਈ ਕਿਹੜਾ ਵਿਅੰਜਨ ਵਰਤਿਆ ਜਾਂਦਾ? ਅੱਧਕ। ਸੰਚਾਰ ਮਾਧਿਅਮ ਤੇਜ਼ ਹੁੰਦਾ ਹੈ। ਕਿਸ ਦੇ ਨਾਲ ਸੰਚਾਰ ਮਾਧਿਅਮ ਤੇਜ਼ ਹੁੰਦਾ ਹੈ? ਵਿਚਾਰ ਵਟਾਂਦਰਾ ਕਰਨ ਦੇ ਨਾਲ, ਮਤਲਬ ਇੱਕ ਦੂਜੇ ਨਾਲ ਕਮਿਊਨੀਕੇਟ ਕਰਨ ਨਾਲ, ਇੱਕ ਦੂਜੇ ਨਾਲ ਗੱਲਬਾਤ ਕਰਨ ਨਾਲ, ਵਿਚਾਰ ਵਟਾਂਦਰਾ ਕਰਨ ਦੇ ਨਾਲ ਸੰਚਾਰ ਮਾਧਿਅਮ ਤੇਜ਼ ਹੁੰਦਾ ਹੈ। ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੁੰਦੀ ਹੈ? ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੁੰਦੀ ਹੈ? ਗੁਰਮੁਖੀ ਲਿਪੀ। ਇਹ ਤਾਂ ਵੈਸੇ ਜਿਹੜੀ ਦੇਵਨਾਗਰੀ ਉਹ ਹਿੰਦੀ ਦੀ ਹੈ। ਠੀਕ ਹੈ, ਰੋਮਨ ਇੰਗਲਿਸ਼ ਦੀ ਹੈ ਤੇ ਗੁਰਮੁਖੀ ਪੰਜਾਬੀ ਦੀ ਹੈ। ਠੀਕ ਹੈ ਜੀ, ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ? ਗੁਰਮੁਖੀ ਲਿਪੀ ਹੈ। ਠੀਕ ਹੈ, ਪੰਜਾਬੀ ਦੀ ਉਪ ਬੋਲੀ ਮਾਝੀ ਕਿੱਥੇ ਬੋਲੀ ਜਾਂਦੀ ਹੈ? ਮਾਝੀ ਜ਼ਿਆਦਾਤਰ ਅੰਮ੍ਰਿਤਸਰ ਵਾਲੇ ਇਲਾਕੇ 'ਚ ਬੋਲੀ ਜਾਂਦੀ ਹੈ। ਤਾਂ ਅੰਮ੍ਰਿਤਸਰ ਦੇ ਲਾਗੇ ਗੁਰਦਾਸਪੁਰ, ਅੰਮ੍ਰਿਤਸਰ, ਪੱਟੀ, ਇਹ ਸਾਰੇ ਇੱਕੋ ਲਾਈਨ 'ਚ ਹੀ ਆਉਂਦੇ, ਨੇੜੇ ਨੇੜੇ ਹੀ ਹੈ। ਤੇ ਇੱਥੇ ਕਿਹੜੀ ਲੈਂਗੁਏਜ ਬੋਲੀ ਜਾਂਦੀ ਹੈ? ਮਾਝੀ ਬੋਲੀ ਜਾਂਦੀ ਹੈ। ਕਿਸੇ ਭਾਸ਼ਾ ਨੂੰ ਪੜ੍ਹਨ ਲਿਖਣ ਲਈ ਬਣਾਏ ਗਏ ਨਿਯਮਾਂ ਨੂੰ ਪੜ੍ਹਨ ਦੇ ਲਈ ਕੀ ਕਹਿੰਦੇ? ਹੁਣ ਦੇਖੋ, ਜਦੋਂ ਕੋਈ ਵੀ ਆਪਾਂ ਗ੍ਰਾਮਰ ਦੇ ਰੂਲ ਵਗੈਰਾ ਕੁਝ ਵੀ ਪੜ੍ਹਨੇ ਹੋਣ ਤਾਂ ਆਪਾਂ ਗ੍ਰਾਮਰ 'ਚ ਕਰਦੇ ਹਾਂ। ਉਸੇ ਤਰ੍ਹਾਂ ਪੰਜਾਬੀ ਦੇ ਭਾਸ਼ਾ ਨੂੰ ਪੜ੍ਹਨ ਲਈ, ਸਿੱਖਣ ਦੇ ਲਈ ਉਹਦੇ ਜਿਹੜੇ ਨਿਯਮ ਹੁੰਦੇ, ਉਹਦੇ ਜਿਹੜੇ ਰੂਲਸ ਹੁੰਦੇ ਆ, ਠੀਕ ਆ, ਉਹਨਾਂ ਬਾਰੇ ਅਗਰ ਸਟੱਡੀ ਕਰਨੀ ਆ ਤਾਂ ਉਸ ਚੀਜ਼ ਨੂੰ ਕਿਹਦੇ ਵਿੱਚ ਵੇਖਿਆ ਜਾਂਦਾ ਵਾ? ਵਿਆਕਰਨ ਵਿੱਚ।
ਪੰਜਾਬੀ ਦੀ ਹੋਠੀ ਧੁਨੀਆਂ ਜਿਨ੍ਹਾਂ ਨੂੰ ਆਪਾਂ ਬੁੱਲਾਂ ਦੀ ਹੈਲਪ ਦੇ ਨਾਲ ਬੋਲਦੇ ਆ। ਤੇ ਬੁੱਲਾਂ, ਹੁਣ ਬੁੱਲ ਵੀ ਮੈਂ ਬੋਲਿਆ ਤੇ ਬੱਬੇ ਦੇ ਬੁੱਲ ਦੋਵੇਂ ਆਪਸ 'ਚ ਲਿਪਸ ਟਕਰਾਉਂਦੇ ਪਏ ਆ, ਠੀਕ ਹੈ। ਤੇ ਹੋਠੀ ਧੁਨੀ ਕਿਹੜੀ ਹੁੰਦੀ? ਪੱਪਾ, ਫੱਫਾ, ਬੱਬਾ, ਪੱਬਾ। ਬੋਲ ਕੇ ਦੇਖੋਗੇ ਤਾਂ ਤੁਹਾਨੂੰ ਜਿਹੜੀ ਆਵਾਜ਼ ਕਰਨ ਦੇ ਲਈ ਦੋਨਾਂ ਬੁੱਲਾਂ ਨੂੰ ਆਪਸ 'ਚ ਟਕਰਾਉਣਾ ਪੈਂਦਾ ਹੈ, ਠੀਕ ਹੈ। ਇਹ ਹੁੰਦੇ ਹੋਂਠ, ਠੀਕ ਹੈ। ਇਸ ਕਰਕੇ ਇਹਨੂੰ ਹੋਠੀ ਧੁਨੀਆਂ ਵੀ ਕਹਿੰਦੇ ਆ। ਪ, ਫ, ਬ ਤੇ ਪ। ਟ ਕੀ ਹੈ? ਹੁਣ ਇਹ 'ਚ ਕੁਐਸਚਨ ਕੀ ਹੈ? ਟ ਕੀ ਹੈ? ਟ ਇੱਕ ਵਿਅੰਜਨ ਹੈ। ਇੱਥੇ ਆ, ਟ ਇੱਕ ਵਿਅੰਜਨ ਹੈ। ਅਫਸੋਸ, ਹੁਣ ਦੇਖੋ ਤੁਸੀਂ ਆ ਪੜ੍ਹੇ ਹੋਏ ਨਾ, ਵਿਸਮਿਕ ਵਾਚਕ, ਭਾਵਵਾਚਕ, ਹੈਰਾਨੀਵਾਚਕ, ਸੂਚਨਾਵਾਚਕ। ਹੈਰਾਨੀ ਦੀ ਜਦੋਂ ਕੋਈ ਹੈਰਾਨ ਹੋ ਕੇ ਬੋਲਦੇ ਹਾਏ, ਹੈਰਾਨ ਹੋਇਆ ਨਾ ਕਿਸ ਚੀਜ਼ ਤੋਂ, ਉਹ ਚੀਜ਼ ਹੁੰਦੀ। ਸੂਚਨਾ, ਜਦੋਂ ਆਪਾਂ ਨੂੰ ਗੱਲ ਬਾਰੇ ਪਤਾ ਸੂਚਨਾ ਮਿਲਦੀ। ਹੁਣ ਅਫਸੋਸ ਇੱਕ ਸ਼ੌਕ ਜਿਹਾ ਲੱਗ ਗਿਆ ਹੈ ਨਾ, ਜਿਹਨੂੰ ਆਪਾਂ ਅਫਸੋਸ ਲੱਗ ਰਿਹਾ ਹੈ ਨਾ। ਤੇ ਇਹਦੇ ਵਿੱਚ ਕੀ ਹੈ? ਸ਼ੌਕਵਾਚਕ, ਸ਼ੌਕ ਲੱਗਾ ਆਪਾਂ ਨੂੰ, ਕੋਈ ਸ਼ੌਕ ਹੈ, ਠੀਕ ਹੈ। ਅਫਸੋਸ, ਠੀਕ ਹੈ। ਜੇ ਮੰਨ ਲਓ ਅਫਸੋਸ ਦੀ ਜਗ੍ਹਾ ਤੇ ਹਾਏ, ਹੁਰਾ ਕੁਛ ਹੁੰਦਾ ਤੇ ਨਾਲੇ ਵਿਸਮਿਕ ਆ ਜਿਹੜਾ ਨਿਸ਼ਾਨ ਲੱਗਣਾ, ਵੈਸੇ ਵਿਸਮਿਕ ਦਾ ਹੈ, ਠੀਕ ਹੈ। ਵਿਸਮਿਕ ਦਾ ਸਾਈਨ ਹੈ। ਬਟ ਅਫਸੋਸ ਕਿਹੜੀ ਕਿਸਮ ਦਾ ਵਿਸਮਿਕ ਹੈ? ਇਹ ਸ਼ੌਕਵਾਚਕ। ਆ ਜਿਹੜਾ ਐਦਾਂ ਕਰਕੇ ਲੱਗਾ ਹੁੰਦਾ ਨਾ, ਐ ਕਰਕੇ, ਐ ਲਾਈਨ ਤੇ ਇਹਦੇ ਥੱਲੇ ਬਿੰਦੀ ਹੈ, ਠੀਕ ਹੈ। ਇਹ ਵਿਸਮਿਕ ਦਾ ਹੁੰਦਾ ਹੈ, ਠੀਕ ਹੈ। ਕਈ ਵਾਰੀ ਐਦਾਂ ਹੀ ਮੰਨ ਲਓ ਕੋਈ ਵੀ ਵਰਡ ਆ ਗਿਆ ਉਹਦੇ ਪਿੱਛੇ ਆ ਲਿਖ ਲੈਣ ਤੇ ਪੁੱਛ ਲੈਣੇ ਕੀ ਹੈ, ਤੇ ਵਿਸਮਿਕ ਹੀ ਹੁੰਦੇ ਆ। ਤਰਕਾਲਾ ਦਾ ਸਮਾਨ ਅਰਥ ਸ਼ਬਦ ਕੀ ਹੁੰਦਾ? ਸ਼ਾਮ। ਤਰਕਾਲਾ ਵੇਲੇ ਮਤਲਬ ਸ਼ਾਮ ਵੇਲੇ। ਮਹਾਤਮਾ ਵਿੱਚ ਕਿਹੜੇ ਅਗੇਤਰ ਦੀ ਵਰਤੋਂ ਕੀਤੀ ਗਈ ਹੈ? ਮਹਾਤਮਾ ਦੇ ਵਿੱਚ ਮਹਾ। ਅਗੇਤਰ ਹੁੰਦੇ ਜਿਹੜੇ ਅੱਗੇ ਲੱਗਦੇ ਆ ਤੇ ਪਿਛੇਤਰ ਜਿਹੜੇ ਪਿੱਛੇ ਲੱਗ ਕੇ ਖਤਮ ਹੁੰਦੇ ਆ, ਠੀਕ ਹੈ। ਮਹਾਤਮਾ ਦਾ ਅਗੇਤਰ ਕੀ ਹੈ? ਮਹਾ। ਹੁਣ ਇਹਦੇ ਨਾਲ ਆਪਣੇ ਕੀ ਹੈ? 30 ਤੋਂ ਲੈ ਕੇ 60 ਤੱਕ ਪੰਜਾਬੀ ਦੇ ਕੁਐਸਚਨ ਕੰਪਲੀਟ ਹੁੰਦੇ ਆ। ਹੁਣ ਅੱਗੇ ਆਪਾਂ ਕਰਾਂਗੇ ਇੰਗਲਿਸ਼ ਦੇ ਕੁਐਸਚਨ, ਠੀਕ ਹੈ। ਹੁਣ ਦੇਖੋ ਇੰਗਲਿਸ਼ ਦੇ ਵਿੱਚ 2 ਪੈਸੇਜ ਹੈ, ਜਿਹਦੇ ਵਿੱਚ ਇੱਕ ਪੈਸੇਜ ਆਪਾਂ ਥੋੜਾ ਡਿਟੇਲ 'ਚ ਕਰਾਂਗੇ। ਜਿਹੜਾ ਇਹ ਵਾਲਾ ਪੈਸੇਜ ਕੀ ਹੈ? ਇਟ ਇਜ਼ ਈਜ਼ੀ ਟੂ ਅਸੈਪਟ ਫਰੂਇਡ ਐਂਡ ਅਪਲਾਈਡ ਸਾਇੰਟਿਸਟ। ਵੇਟ, ਇਹਦੇ ਵਿੱਚ ਫਰੂਇਡ ਇੱਕ ਅਪਲਾਈਡ ਸਾਇੰਟਿਸਟ ਸੀਗਾ, ਜਿਹਨੇ ਇੰਡੀਡ ਇਜ਼ ਵਾਈਡਲੀ ਰਿਗਾਰਡਡ ਐਜ਼ ਦਾ 20th ਸੈਂਚੁਰੀ ਮਾਸਟਰ ਕਲੀਨਿਕ। ਹੁਣ ਦੇਖੋ ਇਹਦੇ 'ਚ ਇੱਕ ਫਰੂਇਡ ਦੀ ਗੱਲ ਕੀਤੀ ਹੈ, ਠੀਕ ਹੈ, ਇੱਕ ਮੈਕਲੀਨੀਅਨ ਦੀ। ਇਹਦੇ ਵਿੱਚ ਨਾ 4 ਨੇਮ ਆਏ ਹੋਏ, ਇੱਕ ਮਾਰਕਸ ਦਾ, ਠੀਕ ਹੈ, ਮਾਰਕਸ ਦਾ, ਇੱਕ ਹੈਗਾ ਵਾ ਡਰਕੀਮ ਹੈ। ਇਹ ਸਾਰੇ ਕੀ ਹੈ? ਫਿਲੋਸਫਰ ਹੈ। ਇਹ ਸਾਰੇ ਫਿਲੋਸਫਰ ਉਹ ਹੈ ਜਿਨ੍ਹਾਂ ਨੇ ਸੁਸਾਇਟੀ ਨੂੰ ਸੁਧਾਰਨ ਦੇ ਲਈ ਬੜਾ ਕੁਝ ਕੀਤਾ ਹੈ, ਠੀਕ ਹੈ। ਤੇ ਉਹਨਾਂ ਨੇ ਸੁਸਾਇਟੀ ਨੂੰ ਸੁਧਾਰਨ ਦੇ ਲਈ ਜਿਹੜੇ ਆਪਣੇ ਵਿਊਜ਼ ਦਿੱਤੇ ਆ ਉਹਨਾਂ ਨੂੰ ਮਿਲਾ ਕੇ ਇੱਕ ਸਟੈਂਜਾ ਬਣਾਤਾ ਉਹਨਾਂ ਨੇ, ਜਿਹਦੇ ਵਿੱਚ ਆਪਾਂ ਕੁਐਸਚਨਸ ਜਿਨ੍ਹਾਂ ਨੂੰ ਆਪਾਂ ਰੀਡ ਕਰਕੇ ਕੁਐਸਚਨਸ ਦੇ ਆਨਸਰ ਫਾਈਂਡ ਕਰਨੇ ਸੀ। ਬਟ ਇਹਦੇ ਜਿਹੜੇ ਕੁਐਸਚਨਸ ਦੇ ਆਨਸਰ ਆ ਮੈਂ ਤੁਹਾਨੂੰ ਡਾਇਰੈਕਟ ਕਰਾਵਾਂਗੀ ਜਿਹੜਾ ਨੈਕਸਟ ਵਾਲਾ ਪੈਸੇਜ ਹੈ, ਕਿਉਂਕਿ ਇੱਦਾਂ ਬਹੁਤ ਜ਼ਿਆਦਾ ਟਾਈਮ ਵੀ ਲੈ ਰਿਹਾ। ਤੇ ਜਿਹੜਾ ਨੈਕਸਟ ਵਾਲਾ ਪੈਸੇਜ ਹੈਗਾ ਉਹਨੂੰ ਆਪਾਂ ਡਿਟੇਲਸ ਥੋੜਾ ਉਹਦੇ ਕੁਐਸਚਨ ਤੁਹਾਨੂੰ ਮੈਂ ਹਾਈਲਾਈਟ ਕਰਵਾ ਦਿੰਦੀ ਹਾਂ, ਠੀਕ ਹੈ। ਇਹਦੇ ਆਪਾਂ ਡਾਇਰੈਕਟ ਹੀ ਕੁਐਸਚਨ ਆਨਸਰ ਸੋਲਵ ਕਰਦੇ ਆ। Which of the following best describe the author conception applied to social society? ਹੁਣ ਦੇਖੋ ਇਹਦੇ ਵਿੱਚ ਜ਼ਿਆਦਾਤਰ ਤਾਂ ਵੈਸੇ ਚਾਰਾਂ ਨੇ ਹੀ ਸੋਸਾਇਟੀ ਬਾਰੇ ਗੱਲ ਕੀਤੀ ਹੈ, ਠੀਕ ਹੈ। ਤੇ ਇਹਦਾ ਆਨਸਰ ਕੀ ਹੈ? which of following best describe author conception applied to social? ਸਭ ਤੋਂ ਬੈਸਟ author ਕਿਹੜਾ ਵੇ, ਸਾਇੰਟਿਸਟ ਕਿਹੜਾ ਵੇ ਜਿਹਨੇ ਸੋਸਾਇਟੀ ਬਾਰੇ ਬੜਾ ਅੱਛਾ ਦੱਸਿਆ ਵਾ? ਤੇ ਇਹਦਾ ਆਨਸਰ ਕੀ ਆਏਗਾ? 61 ਦਾ ਆਨਸਰ ਇਜ਼ B, a professional who seeks social action and change. B option is right option. Next 62. According to the author the according which of following did Marx ਤੇ ਡਰਕੀ have in common? ਕਹਿੰਦੇ ਜਿਹੜਾ ਮਾਰਕਸ ਤੇ ਡਰਕੀਮ ਹੈ ਇਹਨਾਂ ਵਿੱਚ author ਦੇ ਅਕੋਰਡਿੰਗ ਇਹਨਾਂ ਦੋਵਾਂ ਵਿੱਚ ਕਾਮਨ ਚੀਜ਼ ਕਿਹੜੀ ਹੈ? ਇਹਨਾਂ ਦੋਵਾਂ ਦੇ ਵਿੱਚ ਕਾਮਨ ਚੀਜ਼ ਕਿਹੜੀ ਹੈ ਕਿ ਦੋਵਾਂ ਨੇ ਹੀ ਰਿਗਾਰਡ ਫॉर द ਪ੍ਰੈਕਟੀਕਲ ਐਪਲੀਕੇਸ਼ਨ ਆਫ ਸਾਇੰਸ ਦੀ ਐਪਲੀਕੇਸ਼ਨ ਦੇ ਰਿਗਾਰਡ ਜੋ ਵੀ ਪ੍ਰੈਕਟੀਕਲਸ ਆ ਇਹਨਾਂ ਦੋਵਾਂ ਵਿੱਚ ਕੀ ਹੈ? ਕਾਮਨ ਹੈ। Next, it may be inferred from the passage that applied social scientists might be interested in all following subject except, ਇੱਕ ਹੁੰਦਾ accept, ਇੱਕ ਹੁੰਦਾ accept ਮਤਲਬ ਉਹਨੂੰ ਛੱਡ ਕੇ, ਮਤਲਬ ਉਹ ਵਾਲਾ ਛੱਡ ਕੇ ਕਿਹੜੇ 3 ਸਹੀ ਹੈ। It may be inferred from the passage ਦੇ according applied social scientists might be interested, ਇਹਨਾਂ ਵਿੱਚੋਂ ਕਿਹੜਾ ਵਾ? ਸਾਰਿਆਂ ਵਿੱਚ ਵੈਸੇ ਇੰਟਰਸਟ ਹੈ, ਇਹਨਾਂ ਵਿੱਚੋਂ ਇੱਕ ਹੈਗਾ ਵਾ ਜਿਹਦੇ ਵਿੱਚੋਂ ਇੰਟਰਸਟਡ ਨਹੀਂ ਹੈ। ਤੇ ਇਹਨਾਂ ਵਿੱਚੋਂ ਕਿਹਦੇ ਨਾਲ ਇੰਟਰਸਟਡ ਨਹੀਂ ਸੀਗੇ? ਇਹਦਾ ਆਨਸਰ ਕਿੰਨਾ ਆਏਗਾ ਆਪਣਾ? ਦਾ ਥਿਊਰੀ ਆਫ ਮਕੈਨਿਕਸ, ਕਿਉਂਕਿ ਉਹਨਾਂ ਨੇ ਇਹਦੇ ਤੇ ਵੀ ਗੱਲ ਕੀਤੀ ਹੈ ਹਾਊ ਟੂ ਮੇਕ ਵਰਕਰ ਮੋਰ ਐਫੀਸ਼ੀਐਂਟ, ਵਰਕਰ ਕਿੱਦਾਂ ਜ਼ਿਆਦਾ ਐਫੀਸ਼ੀਐਂਟ ਹੋ ਸਕਦੇ ਆ। ਜੁਵੇਨਾਈਲ ਡੈਲੀਕੁਐਂਸੀ ਬਾਰੇ ਵੀ ਗੱਲ ਕੀਤੀ ਹੈ, ਸੋਸ਼ਲ ਟੈਂਸ਼ਨ ਬਾਰੇ। ਇਸੇ ਚੀਜ਼ ਵੈਸੇ ਤਾਂ ਲੜਿਆ ਸੋਸਾਇਟੀ ਕਰਕੇ ਤੇ ਇਹਨਾਂ ਸਾਰਿਆਂ ਬਾਰੇ ਉਹਨਾਂ ਨੇ ਇੰਟਰਸਟ ਲਿਆ ਵਾ, ਬਟ ਥਿਊਰੀ ਆਫ ਮਕੈਨਿਕਸ ਵਿੱਚ ਉਹਨਾਂ ਨੇ ਇੰਟਰਸਟ ਨਹੀਂ ਲਿਆ, ਠੀਕ ਹੈ ਜੀ।
Next 64. According to passage applied social science can be distinguished from a pro social science by its, तो ਇਹਦਾ आंसर अपने कोल की है practical significance. 65 question. Which of the following best summarize the author main point? ਇਹਦੇ ਵਿੱਚ ਕਿਹੜੇ which of following best summarizes the author main point? author ਦਾ ਜਿਹੜਾ ਮੇਨ ਪੁਆਇੰਟ ਕੀ ਹੈ, ਕਿਹੜੀ ਚੀਜ਼ ਨੂੰ ਸਭ ਤੋਂ ਜ਼ਿਆਦਾ ਅੱਛੇ ਤਰੀਕੇ ਨਾਲ ਸਮਰਾਈਜ਼ ਕੀਤਾ ਗਿਆ ਹੈ, ਤੇ ਇਹਦਾ ਆਨਸਰ ਕੀ ਆਏਗਾ? ਮਾਰਕਸ ਐਂਡ ਡਰਕਿਮ. Marx and Durkheim were applied social scientists because they were concerned with the solution of social problems, क्योंकि उन्होंने ਜਿਹੜੇ ਉਹਨਾਂ ਦੀ ਪ੍ਰੋਬਲਮ ਸੀਗੀ ਉਹਨਾਂ ਦੀ ਸੋਲੂਸ਼ਨ ਨਾਲ ਬੜਾ ਅੱਛਾ ਕੰਸਰਨ ਕੀਤਾ ਵਾ ਉਹਨਾਂ ਨੇ applied. Marx Durkheim were applied social scientists, ਦੋਨੋਂ social scientists ਹੈ because they were concerned with the solution of social problem. ਇਹਨਾਂ ਦੋਵਾਂ ਨੇ ਬੜਾ ਅੱਛਾ ਸਮਰਾਈਜ਼ ਕੀਤਾ ਵਾ ਕਿੰਨੇ? Marx and Durkheim ਨੇ. All of the following mentioned as topic the interest to Durkheim except that is psychiatry. Okay जी. Next देखो आ वाला स्टैंजा जिहदे च तुहानूं मैं सारे क्वेश्चंस मतलब रीड नहीं करांगे क्योंकि बहुत टाइम लगेगा, तो आपां जिहड़े क्वेश्चंस ही देखदे हां. बिफोर द एक्सपेंशन ऑफ यूरोप ओवरसीज कुड टेक प्लेस. बिफोर द एक्सपेंशन ऑफ यूरोप ओवरसीज कुड टेक प्लेस. हुण देखो ਇਹਦੇ ਚ फर्स्ट विच ही आया द फर्स्ट डिसीव स्टेप इन एक्सपेंशन ऑफ यूरोप ओवरसीज वाज कनक्वेस्ट द अंटार्कटिक ओशियन. पहली लाइन च ही ਇਹਦਾ आंसर ਪਿਆ ਸੀਗਾ, ठीक है? कनक्वेस्ट द अंटार्कटिक ocean. Before the expansion of Europe overseas could take place, the Atlantic Ocean had to conquered. Okay, first line च ही ਇਹਦਾ आंसर ਸੀਗਾ. Second is one of the Portugal leader known as navigator was in reality. ਇਹਨਾਂ ਵਿੱਚ ਕਿਹੜਾ ਪੁਰਤਗਾਲ ਇਹੋ ਜਿਹਾ ਸੀ ਜਿਹਨੂੰ ਕਿ ਨੈਵੀਗੇਟਰ ਵੀ ਕਿਹਾ ਜਾਂਦਾ in reality? ਹੁਣ ਦੇਖੋ ਇਹਦੇ ਵਿੱਚ ਜਿਹੜਾ ਆਪਣਾ ਆਨਸਰ ਕਿੱਥੇ ਪਿਆ ਸੀਗਾ, ਵੇਟ ਪਲੀਜ਼, ਆ ਦੇਖੋ. At this moment the national destiny was fortunate for her. Prince Henry was the navigator. ठीक है, आ देखो किन्नू नैविगेटर किया गया है? प्रिंस हैनरी ਨੂੰ. ਇਹ ਸੈਕਿੰਡ ਦਾ ਆਨਸਰ ਹੈ. ਇਹ ਵੀ ਪੈਰੇ ਦੇ ਵਿੱਚ ਇਹ ਦੇਖੋ ਐਜ਼ ਇਟ ਇਜ਼ ਹੀ ਮਿਲ ਰਿਹਾ ਆਪਾਂ ਨੂੰ. ਕਿਹੜਾ ਪੁਰਤਗਾਲ ਲੀਡਰ ਹੈ ਜਿਹਨੂੰ ਆਪਾਂ ਨੈਵੀਗੇਟਰ ਕਹਿੰਦੇ ਆ? ਦੈਟ ਇਜ਼ ਪ੍ਰਿੰਸ ਹੈਨਰੀ. ठीक है, ਹੁਣ ਦੇਖੋ ਉਹਦੇ ਨਾਲ ਹੀ ਤੁਹਾਨੂੰ ਇਹਦਾ ਨਾਮ ਵੀ ਦਿੱਤਾ ਗਿਆ ਸੀ ਕਿੰਗ ਜੌਨ ਦਾ, ਬਟ ਕਿੰਗ ਜੌਨ ਕੀ ਸੀਗਾ ਕਿ ਡੈਡੀਕੇਟ ਲੀਡਰ ਸੀਗਾ, ਬਟ ਨੈਵੀਗੇਟਰ ਕੌਣ ਸੀਗਾ? ਪ੍ਰਿੰਸ ਹੈਨਰੀ. Now third question. Portugal was adept at exploring unknown water because she possessed all the following except. ਹੁਣ ਇਹਦੇ ਵਿੱਚ ਸਾਰੀਆਂ ਚੀਜ਼ਾਂ ਬਾਰੇ ਗੱਲ ਕੀਤੀ, ਬਟ ਇੱਕ ਚੀਜ਼ ਇਹੋ ਜਿਹੀ ਹੈ ਜਿਹਦੇ ਬਾਰੇ ਮਤਲਬ ਉਹਨਾਂ ਨੇ ਨਹੀਂ ਉਸ ਚੀਜ਼ ਨੂੰ ਕੀਤਾ. Portugal was adept at exploring unknown waters, ਬਟ ਇਹਨਾਂ ਵਿੱਚ ਇੱਕ ਚੀਜ਼ ਹੈ except, ਇੱਕ ਨੂੰ ਛੱਡ ਕੇ. ਹੁਣ ਇਹਦੇ ਵਿੱਚ ਜਿਹੜਾ ਆਨਸਰ ਸੀਗਾ ਡਾਇਰੈਕਟ ਹੀ ਆਪਾਂ ਕਰਦੇ, that is extensive trade route. ਇਸ ਚੀਜ਼ ਬਾਰੇ ਗੱਲ ਨਹੀਂ ਹੋਏਗੀ. ਇਹਦੇ ਚ ਐਕਸਪੀਰੀਅੰਸ ਨੈਵੀਗੇਟਰ ਵੀ ਹੈ, ਪਾਸਟ ਐਕਸਪੀਰੀਅੰਸ ਵੀ ਹੈ ਔਰ ਨੇਵੀ ਵੀ ਹੈ. ਤੁਸੀਂ ਸਟੈਂਜਾ देखोगे ਉਹਦੇ ਚ ਤਿੰਨੋਂ ਚੀਜ਼ਾਂ ਹੀ ਕਲੀਅਰ ਹੈ, ਬਟ ਐਕਸਟੈਂਸਿਵ ਟ੍ਰੇਡ ਰੂਟ ਨਹੀਂ ਹੈ. Next, in addition to possessing the necessary resource for exploration, Portugal was logically country for their task because of her. ਹੁਣ ਦੇਖੋ in addition to possessing the necessary resource of exploration, ਇਹਨਾਂ 'ਚ ਕਿਹੜੇ ਰਿਸੋਰਸਿਸ ਸੀ ਜਿਹੜੇ ਐਕਸਪਲੋਰੇਸ਼ਨ ਲਈ ਨੈਸੈਸਰੀ ਸੀ? ਔਰ ਪੁਰਤਗਾਲ ਨੇ ਲੌਜੀਕਲੀ ਕੰਟਰੀ ਫॉर देयर टास्क बिकॉज ऑफ हर. ਇਹਦੇ ਵਿੱਚ ਤੁਸੀਂ ਦੇਖੋ ਕਿ ਜ਼ਿਆਦਾਤਰ ਉਹਨਾਂ ਨੇ ਸਾਰੇ ਹੀ the problems were complex condition, navigation, commerce in Mediterranean western seas, Mediterranean tideless climate ਬਾਰੇ ਗੱਲ ਕੀਤੀ ਗਈ ਹੈ. ਮਤਲਬ ਜ਼ਿਆਦਾਤਰ ਨਾ ਇਹਦੇ ਵਿੱਚ ਤੁਸੀਂ ਜੋ ਸਟੈਂਜਾ ਦੇਖੋਗੇ ਤਾਂ ਉਹਨੇ ਕੀ ਕੀਤਾ ਵਾ ਇਹਦੇ ਵਿੱਚ ਜ਼ਿਆਦਾ, ये देखो dangerous hand to dangerous rivals were described, the sailing problem of determining seeing, coastal sailing, latitude extent. ठीक है, latitude extent मतलब ज़्यादातर ਜਦੋਂ ਤੁਸੀਂ ਇਸ ਸਟੈਂਜਾ ਨੂੰ ਪੂਰਾ ਰੀਡ ਕਰੋਗੇ thought the might be long period hand dangerous rivals were described, the sailing directions laid down, the important chart, Venetian, Guinness, Catalan, cartographers. मतलब ਸਾਰਾ ਤੇ ਇਹਦੇ ਚ ਨਾ ਜ਼ਿਆਦਾਤਰ ਉਹਨਾਂ ਨੇ ਜਿਓਗ੍ਰਾਫੀ ਏਰੀਆ ਬਾਰੇ ਹੀ ਗੱਲ ਕੀਤੀ ਹੋਈ ਹੈ. ਠੀਕ ਹੈ, ਤੇ ਇਹਦਾ ਆਨਸਰ ਕੀ ਆਏਗਾ? ਜਿਓਗ੍ਰਾਫਿਕਲ ਪੋਜੀਸ਼ਨਸ. ਜਿਓਗ੍ਰਾਫਿਕਲ ਪੋਜੀਸ਼ਨ. In addition to possessing the necessary resource of exploration, Portugal logically country for their task because of our geographical
पोजीशन मतलब एल्टीट्यूड, लैटीट्यूड, लॉन्गिट्यूड, सारिया चीज़ों बारे गल की और ये सारिया चीज़ां जियोग्राफी विच है। ठीक है जी। द पुर्तगाल्स लर्नड नैविगेशनल मैथड एंड प्रोसीजर फ्रॉम ऑल ऑफ फॉलोइंग। कहते ये पुर्तगाल्स ने नैविगेशनल मैथड ते प्रोसीजर बारे देखा है, बट इन्हां विच एक नूं छड्ड के। हुण देखो ये ज्यूज बारे भी गल हुई है, हुणे आपां देखिया सी कैटालन्स बारे, जिनोसिस बारे, और एक सिर्फ यही है जिहदे बारे गल नहीं होएगी। तो ਇਹਦਾ आंसर की आएगा डी ऑप्शन। डी ऑप्शन ਇਹਦਾ की है राइट आंसर है। हुण देखो ये तुहानूं मैं दिखानी है, आ देखो हुणे आपां हुणे ते कीता सी ड्रॉन बाय द विनेशन ग्योन्स एंड कैटालाइंस। ठीक है, इन्हां सारिਆਂ बारे विनेशन मतलब ज्यूज हो गया, इन्हां सारिਆਂ बारे गल कीती है, बट उन्होंने सिर्फ इक्को बारे गल नहीं कीती सी, दैट इज लास्ट वाला एजेंट्स बारे। ओके, नैक्सट क्वेश्चन इज मैडिटेरियन सीमन जनरली कैप्ट क्लोज टू शोर बिकॉज जेडे इस मैडिटेरियन सीमन से जनरली क्लोज सीगे शोर दे क्यों सीगे, क्योंकि जेड़ा लैटीट्यूड सीगा एक्सटेंट ऑफ द मैडिटेरियन वाज नॉट ग्रेट, क्योंकि जेड़ा लैटीट्यूड सीगा मैडिटेरियन दा वो ज़्यादा नहीं सी। ये भी क्वेश्चन द आंसर ये विच ही पिया है। ठीक है, देखो मैडिटेरियन सीमन, वेट प्लीज, position no means themselves Portugal did not meditate। आ देखो coastal sailing the latitude, आ देखो इत्थे पढ़ते Mediterranean seamen by no means restricted themselves to coastal sailing अपने नहीं कर सकते because the latitude extent of the Mediterranean was not great, क्योंकि जेड़ा latitude सीगा Mediterranean दा वो की सीगा ज़्यादा नहीं सी, इस करके एक। ठीक है जी, और ऑप्शन की आएगा 72 दा फोर्थ ऑप्शन। नैक्सट हजार सच ए सडन स्टॉर्म एंड डेंजरस कोस्ट वर, ये की आएगा 73 दा हजार्ड्स वर। ਇਹਦਾ आंसर की आएगा प्रिडिक्टेबल रिस्क, क्योंकि इन्हों प्रिडिक्टेबल रिस्क मतलब उन्होंने इस चीज़ बारे पता सी, ये भी ये ही क्लीयर हैगा। प्रिडिक्टेबल मतलब वो इस चीज़ को जानते सीगे कि ਜਿਹੜੀਆਂ ਇਹ चीज़ां मैं आनगियां। ठीक है, ये भी पैरे विच दिता होया वा। नैक्सट सेलिंग क्लोज टू कोस्ट इनेबल सीमन टू, सेलिंग क्लोज टू द कोस्ट इनेबल सीमन टू, ਇਹਦਾ आंसर की आएगा डिटर्मिनेशन द पोजीशन एंड फ्रॉम लैंडमार्क, पोजीशन फ्रॉम द लैंडमार्क। नैक्सट द ब्रोका एरिया एंड रिंग एरिया, हुण आ दो एरियाज दिते हुए हैं और ये दोनों एरिए की है दैट इज़ अ लैफ्ट हैमीस्फीयर। लैफ्ट हैमीस्फीयर की दा ब्रेन दा, अपना जिहड़ा ब्रेन है ਉਹਦਾ ਲੈਫਟ ਵਿੱਚ ਜੋ ਹੈਮੀਸਫੀਅਰ ਉਹਦੇ ਵਿੱਚ ਇਹ ਵਾਲੇ ਪਾਰਟਸ ਹੈ ਜਿਹੜੇ ਕਿ ਰਿਸਪੌਂਸੀਬਲ ਹੁੰਦੇ ਆ ਫॉर ਸਪੀਚ ਪ੍ਰੋਡਕਸ਼ਨ, ਆਪਣੇ ਬੋਲਣ ਦੇ ਲਈ ਜਾਂ ਸਪੀਚ ਕੰਪਰੀਹੈਂਸ਼ਨ ਰਿਸਪੈਕਟਿਵਲੀ। ਦ ਅਬਵ ਸਟੇਟਮੈਂਟ ਇਜ਼, ਕਹਿੰਦੇ ਜਿਹੜੇ ਦੋ ਪਾਰਟ ਹੈ ਬ੍ਰੋਕਾ ਤੇ ਵਰਿੰਕਾ, ਇਹ ਲੈਫਟ ਹਿਊਮਨ ਬ੍ਰੇਨ ਦੇ ਲੈਫਟ ਪਾਰਟ, ਲੈਫਟ ਵਾਲੀ ਸਾਈਡ ਤੇ ਹੁੰਦੇ ਆ ਔਰ ਇਹ ਆਪਣੇ ਬੋਲਣ 'ਚ ਹੈਲਪ ਕਰਦੇ ਆ। ਕਿ ਇਹ ਗੱਲ ਸੱਚ ਹੈ कि झूठ है। हम इसका आंसर क्या आएगा ट्रू, क्योंकि गल बिल्कुल सही है कि जेडे दो है ये दोनों ही अपने लैफ्ट ह्यूमन ब्रेन च लैफ्ट हैमीस्फीयर के पार्ट है जोड़े कि अपने बोलने च कन्वर्सेट च हैल्प करते हैं। नेक्स्ट विच ऑफ फॉलोइंग फॉल्स इन कैटेगरी द नॉन क्रिएटिव लिटरेचर कह रहा। हम देखो फर्स्ट है पिक्चर कंपोजिशन। पिक्चर कंपोजिशन आप क्रिएट करते, अपन पिक्चर दे देंगे और आप लिखते हैं। ठीक है, आप चीज़ खुद क्रिएट करते हैं। ऐसे भी आप सोच के लिखते हैं, पोइम्स भी आप क्रिएट करते हैं, बड़ा न्यूज़पेपर अपन एज इट इज़ ही मिलता जिन्होंने आप जस्ट रीड करते हैं। ठीक है, एक ही है नॉन क्रिएटिव लिटरेचर है केड़ा न्यूज़पेपर। नेक्स्ट इज the assessment of the child should aim at, the assessment of child should aim at, ਅਸੈਸਮੈਂਟ ਕੀ ਹੁੰਦਾ ਹੈ? ਅਸੈਸਮੈਂਟ ਹੁੰਦਾ ਹੈ ਕਿ ਜਦੋਂ ਆਪਾਂ ਬੱਚੇ ਦਾ ਲਾਸਟ ਐਗਜ਼ਾਮ ਲੈ ਲੈਂਦੇ ਆ ਤੇ ਇਹਦੇ ਵਿੱਚ ਆਪਾਂ ਕਿਸ ਚੀਜ਼ ਨੂੰ ਦੇਖਦੇ ਆ 77 ਦੇ ਵਿੱਚ ਆਪਾਂ ਬੱਚੇ ਦੇ ਜਿਹੜੇ ਗੈਪ ਹੁੰਦੇ ਆ, ਫਾਈਂਡਿੰਗ ਗੈਪ ਇਨ ਚਿਲਡਰਨ, ਪਲੈਨਿੰਗ ਫਿਊਚਰ ਸਟ੍ਰੈਟਜੀਜ਼, ਜਿਹੜੇ ਬੱਚੇ ਦੀ ਸਟੱਡੀ 'ਚ ਜਾਂ ਕੋਈ ਗੈਪ ਹੈ ਜਾਂ ਕਿਸ ਚੀਜ਼ ਵਿੱਚ ਇਸ਼ੂ ਆਪਾਂ ਉਸ ਚੀਜ਼ ਨੂੰ ਫਾਈਂਡ ਕਰਦੇ ਆ ਔਰ ਪਲਾਨ ਕਰਦੇ ਉਹਦੀ ਫਿਊਚਰ ਸਟ੍ਰੈਟਜੀਜ਼ ਨੂੰ। ठीक है, पहला आप उस चीज़ को फाइंड करते हैं, फिर उसको प्लान करते हैं ठीक करने के लिए नैक्सट फ्यूचर के किद्दां उस किस प्लैनिंग के नाल उस चीज़ को ठीक किया जाएगा। विच ऑफ फॉलोइंग फॉर्मल एक्टिविटी कंडक्टिंग ओरल टेस्ट। हम ओरल टेस्ट आप किस एक्टिविटी च कर सकते हैं? क्वेश्चन आंसर ये भी ओरल हो जाते हैं। ठीक है, स्टोरी टैलिंग, ये स्टोरी टैलिंग दे विच की होएगा?
ਇਹ ਵੀ ਆਪਾਂ orally ਕਰ ਸਕਦੇ ਹਾਂ, ਠੀਕ ਹੈ। ਜੇ ਕਿਸੇ ਨੂੰ ਆਪਾਂ ਸਟੋਰੀ ਕਹਿ ਦਿਓ, ਅਗਲਾ ਆਪਾਂ ਨੂੰ ਸੁਣਾ ਦੇਗਾ। ਰੀਡਿੰਗ ਅਲਾਊਡ, ਅਗਰ ਕੋਈ ਉੱਚੀ ਉੱਚੀ ਬੋਲ ਰਿਹਾ ਤਾਂ ਉਹਦੇ ਵਿੱਚ ਵੀ ਆਪਾਂ ਓਰਲ ਟੈਸਟ ਲੈ ਸਕਦੇ ਹਾਂ, ਸਟੋਰੀ ਟੈਲਿੰਗ 'ਚ ਵੀ ਲੈ ਸਕਦੇ ਹਾਂ, ਕੁਐਸਚਨ ਆਨਸਰ 'ਚ ਵੀ। ਤੇ ਇਸ ਕਰਕੇ ਫਾਰਮਲ ਐਕਟੀਵਿਟੀ ਜਿਹੜੀ ਓਰਲ ਟੈਸਟ ਦੀ ਆਲ ਆਫ ਦਾ ਅਬਵ, ਇਹ ਸਾਰਿਆਂ 'ਚ ਹੀ ਹੋ ਸਕਦੀ ਹੈ। ਵਿਚ ਆਫ ਫੋਲੋਇੰਗ ਦਾ ਰੀਫੋਰਸਮੈਂਟ ਲੈਂਗੁਏਜ। ਰੀਫੋਰਸਮੈਂਟ ਲੈਂਗੁਏਜ ਹੁੰਦਾ ਵਾ, ਮੰਨ ਲਓ ਆਪਾਂ ਕੋਈ ਚੀਜ਼ ਰੀਡ ਕੀਤੀ ਹੈ, ਪੜ੍ਹੀ ਹੈ, ਯਾਦ ਕੀਤੀ ਹੈ, ਫਿਰ ਉਹਨੂੰ ਆਪਾਂ ਲਿਖ ਕੇ ਪੱਕਿਆਂ ਕਰਨ ਵਾਸਤੇ ਉਹਨੂੰ ਲਿਖ ਕੇ ਦੇਖਦੇ ਪਏ ਹਾਂ, ਤੇ ਉਹ ਕੀ ਹੁੰਦਾ ਹੈ, ਇੱਕ ਰੀਫੋਰਸਮੈਂਟ ਲੈਂਗੁਏਜ ਸਕਿੱਲ ਹੁੰਦੀ ਹੈ। ਹੁਣ ਦੇਖੋ ਜੇ ਆਪਾਂ ਕੋਈ ਚੀਜ਼ ਪੜ੍ਹੀ ਹੈ, ਯਾਦ ਕੀਤੀ ਹੈ, ਫਿਰ ਉਹਨੂੰ ਆਪਾਂ ਲਿਖ ਕੇ ਦੇਖਿਆ ਵਾ, ਠੀਕ ਹੈ। ਤੇ ਇਹਦੇ ਵਿੱਚ ਕਿਹੜੀਆਂ ਦੋ ਚੀਜ਼ਾਂ ਆਉਂਦੀਆਂ, ਰੀਡਿੰਗ ਐਂਡ ਰਾਈਟਿੰਗ। ਮੰਨ ਲਓ ਆਪਾਂ ਕੋਈ ਚੀਜ਼ ਰੀਡ ਕੀਤੀ, ਅੰਡਰਸਟੈਂਡ ਕਰ ਲਈ, ਫਿਰ ਉਹਨੂੰ ਆਪਾਂ ਲਿਖ ਕੇ ਦੇਖ ਲਿਆ, ਤੇ ਉਹ ਇੱਕ ਰੀਫੋਰਸਮੈਂਟ ਹੋ ਰਹੀ ਹੈ ਇਹਦੇ ਵਿੱਚ, ਰੀਡਿੰਗ ਤੇ ਰਾਈਟਿੰਗ। ਰੀਫੋਰਸਮੈਂਟ ਲੈਂਗੁਏਜ ਸਕਿੱਲਸ ਕੀ ਦਾ ਆਂਸਰ ਆਏਗਾ, ਰੀਡਿੰਗ ਐਂਡ ਰਾਈਟਿੰਗ ਆਏਗਾ। ਇੱਕ ਚੀਜ਼ ਇਹ 'ਚ ਹੋਰ ਯਾਦ ਰੱਖਣੀ ਹੈ, ਕਈ ਵਾਰੀ ਨਾ ਰਿਸੈਪਟਿਵ ਸਕਿੱਲ ਵੀ ਪੁੱਛ ਲੈਂਦੇ, ਪ੍ਰਾਇਮਰੀ ਜਾਂ ਸੈਕੰਡਰੀ, ਠੀਕ ਹੈ। ਜਿਹੜੀ ਲਿਸਨਿੰਗ ਤੇ ਸਪੀਕਿੰਗ ਹੁੰਦੀ ਹੈ, ਇਹ ਆਪਣੀ ਹੁੰਦੀ ਹੈ ਪ੍ਰਾਇਮਰੀ ਸਕਿੱਲਸ, ਦੈਟ ਇਜ਼ ਪ੍ਰਾਇਮਰੀ ਸਕਿੱਲਸ ਹੁੰਦੀਆਂ ਵਾ। ਤੇ ਜਿਹੜੀ ਰੀਡਿੰਗ ਐਂਡ ਰਾਈਟਿੰਗ ਹੁੰਦੀ ਹੈ, ਇਹ ਆਪਣੀ ਕਿਹੜੀ ਹੁੰਦੀ ਹੈ, ਇੱਕ ਸੈਕੰਡਰੀ ਸਕਿੱਲਸ ਹੁੰਦੀ ਹੈ, ठीक है। ये भी याद रखो कि लिसनिंग तो स्पीकिंग दोनों की है प्राइमरी स्किल है, रीडिंग एंड राइटिंग दोनों सेकेंडरी स्किल है। और रीफोर्समेंट लैंग्वेज स्किल्स भी किहड़ियां होंदियां, रीडिंग एंड राइटिंग, क्योंकि रीफोर्समेंट विच हुंदा वा, मान लो आपां कोई चीज़ पढ़ी है, उन्होंने अंडरस्टैंड किया, उन्होंने याद किया, फिर उन्होंने आपां लिख के देखा, जिहदे च रीडिंग और राइटिंग दोनों चीज़ां ही आ रही हैं। Next, all normal human beings are endowed with the some innate internal capacity for language acquisition। मतलब ਸਾਰਿਆਂ ਦੇ ਵਿੱਚ ਜਨਮਜਾਤ ਹੀ ਲੈਂਗੁਏਜ ਐਕਵਾਇਰ ਕਰਨ ਦੀ ਕਪੈਸਿਟੀ ਹੁੰਦੀ ਹੈ। ਇੰਟਰਨਲ ਇਹ ਚੀਜ਼ ਹੁੰਦੀ ਹੈ ਕਿ ਆਪਾਂ ਲੈਂਗੁਏਜ ਨੂੰ ਕਿੰਨਾ ਕੁ ਯਾਦ ਕਰ ਸਕਦੇ ਹਾਂ, ਬਟ ਅਦਰ ਸਾਈਡ ਅਗਰ ਵੇਖਿਆ ਜਾਏ, ਬਟ ਐਨੀਮਲਸ ਵਿੱਚ ਚੀਜ਼ ਨਹੀਂ ਹੁੰਦੀ। ਤੇ ਇਹ ਜਿਹੜੀ ਅਜ਼ੰਪਸ਼ਨਸ ਕਿੰਨੇ ਦਿੱਤੀ ਹੈ, ਇਹ ਗੱਲ ਕਿਸ ਨੇ ਕਹੀ ਆਪਾਂ ਨੂੰ, ਨੋਮ ਚੋਮਸਕੀ ਨੇ ਕਹੀ ਹੈ। ਇਹ ਗੱਲ ਕਿੰਨੇ ਕਹੀ ਹੈ, ਨੋਮ ਚੋਮਸਕੀ ਨੇ, ठीक है जी। नैक्सट 81 कंजक्शनस आर। कंजक्शनस किहड़े हुंदे जिहड़े दो वर्ड्स नूं आपस विच जोड़दे आ, जिन्हां नूं पंजाबी च योजक कहंदे आ। कंजंक्शनस किहड़े हुंदे जिहड़े दो वर्ड्स नूं, जिवें राम अते शाम है ना, उहने दो नामां नूं अते ने आपस च जोड़ता, राम एंड शाम। एंड की है, कंजंक्शन है, उहने दो वर्ड्स नूं आपस च जोड़ दिता है, ठीक है। जिहड़े दो वर्ड्स नूं आपस च जोड़दे आ उहनां नूं कंजंक्शनस बोलदे आ। ते इहदे विच कंजंक्शनस की है, एक फंक्शन वर्ड है, क्योंकि डिस्ट्रीब्यूटिव भी टुटना हो गया, सबस्टिट्यूट भी टुटना हो गया, तो ये तो दोवें हो नहीं सकते, ठीक है ना। इस करके फंक्शन वर्ड कंजंक्शनस हैं, क्योंकि इन्हें दो वर्ड्स नूं आपां जोड़ते हैं। विच टाइप ऑफ ग्रामर बिलीव इन चेंज अलोंग चेंज इन लैंग्वेज। कहने किहड़ी ग्रामर इहो जी है, किहदे ते आपां किहड़ी ग्रामर है जिहदे विच अगर लैंग्वेज च चेंज आ जाए तो अपने च भी चेंज आ जाता है, ठीक है। सब तो पहला आती है फॉर्मल ग्रामर। फॉर्मल ग्रामर वो होंदी है जिहड़ी आपां स्कूल कॉलेज वगैरह तो सीखते हैं, दैट इज़ फॉर्मल ग्रामर। फंक्शनल ग्रामर वो होंदी है जिहड़ी आपां सोसाइटी तो सीखते हैं, तो इहदा आंसर की आएगा, फंक्शनल ग्रामर आएगा, क्योंकि जिहड़ी लैंग्वेज आपां सोसाइटी तो सीखते पे आ, ਉਹਦੇ ਨਾਲ ਕੀ ਹੁੰਦਾ ਵਾ, सोसाइटी च ਜਿਹੜੀ ਆਪਾਂ ਲੈਂਗੁਏਜ ਸਿੱਖੀ ਉਹਦੇ ਨਾਲ ਆਪਣੀ ਪਰਸਨੈਲਿਟੀ 'ਚ ਵੀ ਚੇਂਜ ਆ ਜਾਂਦਾ ਹੈ। ਓਕੇ, तो ਇਹਦਾ ਆਨਸਰ ਕੀ ਆਏਗਾ, ਫੰਕਸ਼ਨਲ ग्रामर। Which method of teaching grammar does not realize the necessity for associating through the expression ਇਹਦੇ ਵਿੱਚ ਕਿਹੜੀ ਗ੍ਰਾਮਰ ਇਹੋ ਜਿਹੀ ਜਿਹੜੀ ਕਿ ਆਪਾਂ ਵਿਦਆਊਟ ਐਕਸਪ੍ਰੈਸ਼ਨ, ਮਤਲਬ ਜਿਹਦੇ ਵਿੱਚ ਐਕਸਪ੍ਰੈਸ਼ਨਸ ਦੀ ਨੀਡ ਨਹੀਂ ਹੁੰਦੀ। ਵਿਚ ਮੈਥਡ ਆਫ ਟੀਚਿੰਗ ਗ੍ਰਾਮਰ ਡਜ਼ ਨੋਟ ਰਿਅਲਾਈਜ਼ ਦੈਟ, ਮਤਲਬ ਕਿਹੜੀ ਗ੍ਰਾਮਰ ਇਹੋ ਜਿਹੀ ਹੈ, ਕਿਹੜੀ ਟੀਚਿੰਗ ਆਫ ਗ੍ਰਾਮਰ ਮੈਥਡ ਇਹੋ ਜਿਹਾ ਹੈ ਜਿਹਦੇ ਵਿੱਚ ਆਪਾਂ ਸੋਚਦੇ ਹਾਂ ਕਿ ਜਿਹੜੀ ਐਕਸਪ੍ਰੈਸ਼ਨਸ ਹੁੰਦੇ ਉਹ ਜ਼ਰੂਰੀ ਨਹੀਂ ਹੈ। ਤੇ ਇਹ ਚੀਜ਼ ਆ ਜਾਂਦੀ ਹੈ ਡਿਡਕਟਿਵ ਮੈਥਡ ਦੇ ਵਿੱਚ। ਮੇਨ ਕੀ ਹੁੰਦਾ, ਜਿਹੜੇ ਇੰਡੀਆ ਵਾਲੀ ਸਾਈਡ ਅਗਰ ਦੇਖਿਆ ਜਾਵੇ ਤਾਂ ਡਿਡਕਟਿਵ ਮੈਥਡ ਹੀ ਆਪਣੇ ਇੱਧਰ ਜ਼ਿਆਦਾ ਯੂਜ਼ ਹੁੰਦਾ। ਡਿਡਕਟਿਵ ਮੈਥਡ ਕੀ ਹੁੰਦਾ ਵੈ, ਡਿਡਕਟਿਵ ਮੈਥਡ ਦੇ ਵਿੱਚ ਆਪਾਂ ਜਾਣਦੇ ਆ ਰੂਲ ਤੋਂ ਐਗਜ਼ਾਮਪਲ ਵੱਲ। ਪਹਿਲਾਂ ਬੱਚਿਆਂ ਨੂੰ ਰੂਲ ਪੜ੍ਹਾਇਆ ਜਾਂਦਾ ਵੈ, ਰੂਲ ਪੜ੍ਹਾਉਣ ਤੋਂ ਬਾਅਦ ਉਹਨਾਂ ਨੂੰ ਇੱਕ ਐਗਜ਼ਾਮਪਲ ਦੇ ਦਿੱਤੀ ਜਾਂਦੀ ਹੈ, ਠੀਕ ਹੈ ਜੀ। रूल तो एग्जाम्पल, डिडक्टिव मैथड की हुंदा वा रूल तो एग्जाम्पल वाल जाना, और इंडक्टिव ये तो ओपोजिट हुंदा वा, पहले एग्जाम्पल दिन्ने आ फिर आपां रूल दिन्ने आ। इंडक्टिव ते डिडक्टिव दोनों एक दूजे दे ओपोजिट है। डिडक्टिव दे विच जिहड़ा अपना आंसर है इहदे च ए ऑप्शन, उहदे विच आपां रूल तो एग्जाम्पल वाल, बी विच की हुंदा वा एग्जाम्पल तो रूल वाल जाने, ते इहदा ऑप्शन डिडक्टिव मैथड है। नैक्सट, which of following statement is not correct in case of diagnostic test। ਹੁਣ diagnostic test ਕੀ ਹੁੰਦਾ, diagnostic ਹੁੰਦਾ ਵਾ ਮੰਨ ਲਓ ਕਿਸੇ ਦੀਆਂ ਖਾਮੀਆਂ ਬਾਰੇ ਪਤਾ ਕਰਨਾ, ਜਾਂ ਆਪਾਂ ਬੱਚਿਆਂ ਦਾ ਟੈਸਟ ਲੈ ਲੈਂਦੇ ਉਹਦੇ 'ਚ ਵੇਖ ਲਿਆ ਹਾਂ ਜੀ ਕੀ ਗਲਤੀਆਂ ਵਾ, ਠੀਕ ਹੈ, ਕਿੱਦਾਂ ਉਹਨਾਂ ਨੂੰ ਆਪਾਂ ਠੀਕ ਕਰਾਂਗੇ। ਤਾਂ ਠੀਕ ਕਰਨਾ ਤਾਂ ਚਲੋ ਰੈਮੀਡੀ ਆ ਜਾਂਦੀ ਹੈ, ਰੈਮੀਡੀ ਵਾਲੀ ਡਾਇਗਨੋਸਟਿਕ ਹੁੰਦਾ ਕਿਸੇ ਦੀਆਂ ਕਮੀਆਂ ਖਾਮੀਆਂ ਦੇ 'ਚ ਕੀ ਕਮਜ਼ੋਰੀਆਂ ਉਹਨਾਂ ਚੀਜ਼ਾਂ ਨੂੰ ਦੇਖਣਾ। ਤੇ ਇਸ ਚੀਜ਼ ਨੂੰ ਲੈ ਕੇ ਇਹਨਾਂ 'ਚ ਕਿਹੜੀ ਆਪਸ਼ਨ ਜਿਹੜੀ ਕਿ ਨਹੀਂ ਕਰੈਕਟ ਹੈਗੀ, ਇਹਦੇ ਵਿੱਚ
सेकंड ऑप्शन इज नॉट करैक्ट। इट प्रोवाइड द टीचर अ सिंगल स्कोर। ਇਹਦੇ ਵਿੱਚ ਕੋਈ ਲੈਣ ਦੇਣ नहीं हैगा इनका डायग्नोस्टिक च। हुण डायग्नोस्टिक च की हुंदा है, डायग्नोस्टिक टेस्ट हैल्प अस टू नो द पर्टिकुलर स्ट्रेंथ एंड वीकनेस ऑफ द स्टूडेंट। ਇਹਦੇ ਚ ਆਪਾਂ स्टूडेंट ਦੀ ਵੀਕਨੈਸ ਬਾਰੇ ਦੇਖਦੇ ਆ, ਪਤਾ ਕਰਦੇ ਆ ਕਿ ਬੱਚੇ 'ਚ ਕੀ ਵੀਕਨੈਸ ਹੈ। ਇਟ ਵਿਲ ਲੋਕੇਟ ਦ ਡਿਗਰੀ ਆਫ ਡੈਫੀਸ਼ੀਐਂਸੀ। द टेस्ट आइटम आर एनालाइज। ये टेस्ट लिता जाता, फिर उन्होंने एनालाइज किया जाता, वो जोड़े रोंग रिस्पोंसिस उन्होंने चैक करके स्टूडेंट को देखा जाता कि दसिया जाता। नैक्सट विच ऑफ द फॉलोइंग एसेंशियल अंडरटेक रैमीडियल। हुण रैमीडी की हुंदा जो बच्चे की आप डायग्नोस्टिक कर ली, सब तो पहले डायग्नोस्ट होएगा, पहला आप डायग्नोस किया, उहदे च कमियां खामियां जो भी आप सारियां देखियां, फिर उन्होंने ठीक करना, उन्होंने हुंदा रैमेडी। तो रैमीडियल टीचिंग वास्ते रैमीडियल च सब तो पहला की होएगी प्लैनिंग होएगी। मान लो आप टेस्ट लिया, पेपर किया, ऑर्गेनाइज किया, प्लैनिंग की कि हाँ आप अज टेस्ट लेना, फिर आप टेस्ट नूं ऑर्गेनाइज करता, आप टेस्ट रख दिता, फिर आप इवैल्यूएट मतलब उन्होंने आप चैक किया, चैक करन तो बाद उनकी आप गलतियां कढ़ियां, फिर उन्होंने गलतियों ठीक किया तो बच्चों दसिया, वो होंगी रैमीडियल टीचिंग। रैमीडियल टीचिंग बच्चे दी कमियां नूं दूर करना, उन्हों दी कमियां नूं दसना, उन्होंने ठीक करना। ठीक है जी। नेक्स्ट इंट्रोडक्शन ऑफ विच टाइप ऑफ कंपोजिशन अर्ली स्टेज मे बी डिवेलप हैबिट ऑफ कॉपिंग फ्रॉम द चीप बुक्स। ਇਹਦਾ 86 ਦਾ आंसर दैट इज कंट्रोल्ड कंपोजिशन। कंट्रोल्ड कंपोजिशन। नेक्स्ट 87 विच ऑफ फॉलोइंग सब स्किल इनवॉल्व इन लिसनिंग। ਇਹਦੇ ਚ ਕਿਹੜੀ सब स्किल है ਜਿਹੜੀ कि लिसनिंग ਵਿੱਚ इनवॉल्व है। इनवॉल्व ਕਿਹੜੀ ਹੁੰਦੀ ਹੈ लिसनिंग ਦੇ ਵਿੱਚ? ਇਹ ਸਾਰੀਆਂ ਹੀ सब स्किल है लिसनिंग ਦੀਆਂ। सब तो पहला साउंड ਡੀਕੋਡ ਕਰਨਾ, मतलब ਜਿਹੜੀ ਆਪਾਂ ਸਾਊਂਡ ਲਿਸਨ ਕਰਦੇ ਪਏ ਸੁਣਦੇ ਪਏ ਆ ਉਹਨੂੰ ਆਇਡੈਂਟੀਫਾਈ ਕਰਨਾ, ਉਹਨੂੰ ਡੀਕੋਡ ਕਰਨਾ, ਇਹ ਵੀ ਸਹੀ ਹੈ। ਅੰਡਰਸਟੈਂਡਿੰਗ ਦਾ ਸਿੰਟੈਕਟਿਕ ਪੈਟਰਨ ਔਰ ਸਟਰਕਚਰ, ਉਹਨੂੰ ਅੰਡਰਸਟੈਂਡ ਕਰਨਾ, ਆਇਡੈਂਟੀਫਾਈ ਕਰਨਾ ਇਨਫੋਰਮੇਸ਼ਨ ਨੂੰ, ਇਮੋਸ਼ਨਲ ਨੂੰ, ਐਟੀਟਿਊਡ ਨੂੰ, ਤੇ ਇਹ ਸਾਰੇ ਕੁਝ ਕੀ ਹੈ? ਇਹ ਸਾਰਾ ਕੁਝ ਕੀ ਹੈ? ਇਹ ਲਿਸਨਿੰਗ ਦੀ ਸਬ ਸਕਿੱਲ ਹੈ। ਤੇ ਇਹਦਾ ਆਨਸਰ ਕੀ ਆਏਗਾ? ਆਲ ਆਫ ਦੀ ਅਬਵ। विच फॉलोइंग इज नॉट मूवेबल ऑर्गन ऑफ स्पीच। इन्हां विच किहड़ा मूवेबल ऑर्गन स्पीच नहीं है? दैट इज सॉफ्ट पैलेट। सॉफ्ट पैलेट इज नॉट अ मूवेबल ऑर्गन ऑफ स्पीच। विच ऑफ फॉलोइंग स्टेटमेंट इज फॉल्स। इन्हां विच किहड़ी स्टेटमेंट है जिहड़ी कि फॉल्स है, बट ये लैंग्वेज नूं लैके ही दित्तियां गईयां। लैंग्वेज इज नॉट जस्ट पेयरिंग एंड ग्रामर एंड डिक्शनरी। बिल्कुल सही है कि लैंग्वेज सिर्फ एक ग्रामर डिक्शनरी थोड़ी ना है। ठीक है, लैंग्वेज विच कॉन्सटेंटली चेंजिंग, ग्रामर च चेंजेस भी आते हैं, ये भी सही है। ऑल लैंग्वेजेस हैव वोवल्स एंड कॉन्सोनेंट। नो, सारियां लैंग्वेजेस विच वोवल्स एंड कॉन्सोनेंट्स नहीं होंगे, जस्ट इन इंग्लिश विच ही है। वी शुड टीच द स्टूडेंट अबाउट द लैंग्वेज। बिल्कुल अपन स्टूडेंट्स लैंग्वेज बारे रीड करवाना चाहिए। तो इन्हां विच किहड़ी लैंग्वेज फॉल्स है, सॉरी किहड़ी स्टेटमेंट फॉल्स है? दैट इज सी। सी ऑप्शन इज फॉल्स। द सी ऑप्शन इज आंसर है। विच ऑफ फॉलोइंग स्टेटमेंट इज इनकरैक्ट। इन्हां विच किहड़ी स्टेटमेंट है जिहड़ी इनकरैक्ट है? मदर टंग कैन बी यूज अ मीडियम ऑफ टीचिंग इंग्लिश। बिल्कुल, मतलब अगर अपना मदर टंग आती है तो ही आप इंग्लिश, जिवें मैं वां, ठीक है, मैंने पंजाबी आती है, पंजाबी तो ही मैं इंग्लिश सीखांगी, ठीक है, उन्होंने ट्रांसलेट कर करके। तो जी मदर टंग होंगी है उन्होंने एज ए मीडियम यूज़ किया जाता है, ठीक है, इंग्लिश टीच करने के लिए। असैसमेंट ऑफ लैंग्वेज प्रोफिशिएंसी शुड बी होलिस्टिक। बिल्कुल। फोकस द लिसनिंग इज ऑल्सो इंटेंस रीडिंग। लिसनिंग बिल्कुल जो आप पूरा फोकस करके किसी चीज़ को लिसन करते हैं तो वो की होंगी है? इंटेंस लिसनिंग होंगी है। लास्ट ऑप्शन इज इंग्लिश डज नॉट हैव रिजिड सिस्टम। ये रोंग है, ठीक है, डी ऑप्शन इज इनकरैक्ट। ठीक है, हुण इहदे नाल की हुंदा है अपना इंग्लिश दा भी पंजाबी और इंग्लिश दोनों डन हो जाते हैं। ओके, सारे क्वेश्चंस कंप्लीट है। अगर वीडियो अच्छे लगे दैन प्लीज़ सब्सक्राइब माई चैनल एंड लाइक दिस वीडियो। अगर ये 2018 का हुण कल आप मैथ ते साइंस करांगे, इस तरह तुहानूं सारे टॉपिक्स नूं 1 बाय 1 मतलब जिन्ने भी क्वेश्चंस पेपर है सारे आप 1 बाय 1 डिटेल च करांगे। और ये विच कुछ चीज़ां इहो जिह जिन्हां दी तुहानूं जिवें डिस्प्रैक्सिया ये वो है ना, ये चीज़ां भी तुहानूं 1 बाय 1 थोड़ा थोड़ा करके एक्सप्लेन इहदीआं वीडियोज़ मिलणगीआं तुहानूं। अगे तुहानूं साइंस दे वीडियोज़ भी ये है, दैन प्लीज़ सब्सक्राइब माई चैनल एंड बैल आइकन को भी प्रेस करें ताकि कोई भी नई वीडियो आए तुहानूं पता लग जाए। थैंक यू, हैव अ गुड डे।